2.5 ਲੱਖ ਬਜ਼ੁਰਗਾਂ ਲਈ ਵੱਡੀ ਖਬਰ, ਪਰ ਇੱਕ ਸ਼ਰਤ ਧਿਆਨ ਨਾਲ ਸੁਣੋ। ਪੰਜਾਬ ਦੇ 23,77,000 ਤੋਂ ਵੱਧ ਬਜ਼ੁਰਗਾਂ ਦੇ ਖਾਤੇ ਵਿੱਚ ਇੱਕ ਵਾਰ ਫੇਰ ਪੈਸੇ ਆਣੇ ਸ਼ੁਰੂ ਹੋ ਗਏ ਨੇ। ਪੰਜਾਬ ਗਵਰਨਮੈਂਟ ਵੱਲੋਂ 올ਡ ਏਜ ਪੈਨਸ਼ਨ ਸਕੀਮ ਤਹਿਤ ਇਸ ਫਾਈਨੈਂਸ਼ੀਅਲ ਈਅਰ ਵਿੱਚ ਹੁਣ ਤੱਕ 1423 ਕਰੋੜ ਰੁਪਏ ਤੋਂ ਵੱਧ ਜਾਰੀ ਕੀਤੇ ਜਾ ਚੁੱਕੇ ਨੇ। ਪਰ ਇਸ ਖਬਰ ਦੇ ਪਿੱਛੇ ਇੱਕ ਪੂਰੀ ਕਹਾਣੀ ਹੈ। ਕੁਝ ਮਹੀਨਾ ਪਹਿਲਾਂ ਤੱਕ 35 ਲੱਖ ਤੋਂ ਵੱਧ ਪੈਨਸ਼ਨਰਸ ਦੀ ਪੈਨਸ਼ਨ ਕਿਉਂ ਰੁਕੀ ਹੋਈ ਸੀ? ਕੋਰਟ ਨੂੰ ਇਸ ਮਾਮਲੇ ਵਿੱਚ ਦਖਲ ਕਿਉਂ ਦੇਣਾ ਪਿਆ ਅਤੇ ਹੁਣ ਸਰਕਾਰ ਨੇ ਹਰ ਪੈਨਸ਼ਨਰ ਲਈ ਇੱਕ ਨਵੀਂ ਸ਼ਰਤ ਵੀ ਲਾ ਦਿੱਤੀ ਹੈ, ਜਿਸ ਨੂੰ ਜਾਣੇ ਬਿਨਾਂ ਤੁਹਾਡੇ ਘਰ ਦੇ ਕਿਸੇ ਬਜ਼ੁਰਗ ਦੀ ਪੈਨਸ਼ਨ ਵੀ ਰੁਕ ਸਕਦੀ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੂਰੇ ਮਾਮਲੇ ਨੂੰ ਸ਼ੁਰੂ ਤੋਂ ਲੈ ਕੇ ਪੂਰੀ ਤਰ੍ਹਾਂ ਸਮਝਾਂਗੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੋਨੀਆ ਤੇ ਤੁਸੀਂ ਦੇਖ ਰਹੇ ਹੋ ਬੈਠਕ ਪੰਜਾਬ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਾਜ਼ਾ ਅਪਡੇਟ ਦੀ। ਪੰਜਾਬ ਦੀ ਸੋਸ਼ਲ ਸਿਕਿਉਰਿਟੀ, ਵਿਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਚੀਫ ਮਿਨਿਸਟਰ ਭਗਵੰਤ ਮਾਨ ਦੀ ਸਰਕਾਰ ਨੇ ਮੌਜੂਦਾ ਫਾਈਨੈਂਸ਼ੀਅਲ ਈਅਰ 2026-27 ਦੇ ਵਿੱਚ ਹੁਣ ਤੱਕ 1423 ਕਰੋੜ 33 ਲੱਖ ਰੁਪਏ 올ਡ ਏਜ ਪੈਨਸ਼ਨ ਸਕੀਮ ਦੇ ਤਹਿਤ ਜਾਰੀ ਕੀਤੇ ਹਨ। ਇਸ ਦਾ ਸਿੱਧਾ ਫਾਇਦਾ ਲਗਭਗ 23,77,000 ਸੀਨੀਅਰ ਸਿਟੀਜ਼ਨਸ ਨੂੰ ਮਿਲ ਰਿਹਾ ਹੈ। ਹਰ ਯੋਗ ਬਜ਼ੁਰਗ ਨੂੰ ਹਰ ਮਹੀਨੇ 1500 ਰੁਪਏ ਦੀ ਪੈਨਸ਼ਨ ਦਿੱਤੀ ਜਾ ਰਹੀ ਹੈ, ਜੋ ਸਿੱਧਾ ਬੈਂਕ ਅਕਾਊਂਟ ਵਿੱਚ ਟ੍ਰਾਂਸਫਰ ਹੁੰਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਸਰਕਾਰ ਨੇ ਇੰਨੀ ਵੱਡੀ ਰਕਮ ਜਾਰੀ ਕੀਤੀ ਹੋਵੇ। ਇਸ ਤੋਂ ਪਹਿਲਾਂ ਫਾਈਨੈਂਸ਼ੀਅਲ ਈਅਰ 2025-26 ਵਿੱਚ ਜਨਵਰੀ ਮਹੀਨੇ ਤੱਕ ਹੀ 3,806 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਸਨ, ਜਿਸ ਦਾ ਫਾਇਦਾ 23,62,000 ਬਜ਼ੁਰਗਾਂ ਨੂੰ ਮਿਲਿਆ ਸੀ। ਯਾਨੀ ਹਰ ਸਾਲ ਬੈਨੀਫਿਸ਼ਰੀਜ਼ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਸਰਕਾਰ ਵੱਲੋਂ ਜਾਰੀ ਕੀਤੀ ਜਾਣ ਵਾਲੀ ਰਕਮ ਵੀ। ਡਾਕਟਰ ਬਲਜੀਤ ਕੌਰ ਨੇ ਇਸ ਅਪਡੇਟ ਨੂੰ ਸਾਡੇ ਬਜ਼ੁਰਗ ਸਾਡਾ ਮਾਨ ਦੱਸ ਕੇ ਪੇਸ਼ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਗਵਰਨਮੈਂਟ ਬਜ਼ੁਰਗਾਂ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਨੂੰ ਲੈ ਕੇ ਪੂਰੀ ਤਰ੍ਹਾਂ ਕਮਿਟਡ ਹੈ ਅਤੇ ਪੈਨਸ਼ਨ ਦੀ ਰਕਮ ਸਮੇਂ ਸਿਰ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਹੁਣ ਸਵਾਲ ਇਹ ਹੈ ਕਿ ਆਖਿਰ ਇਹ 올ਡ ਏਜ ਪੈਨਸ਼ਨ ਸਕੀਮ ਹੈ ਕੀ ਅਤੇ ਇਸ ਦਾ ਫਾਇਦਾ ਕਿਸ ਨੂੰ ਮਿਲਦਾ ਹੈ? ਦਰਅਸਲ ਇਹ ਸਕੀਮ ਪੰਜਾਬ ਦੇ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ, ਵਿਮਨ ਐਂਡ ਚਾਈਲਡ ਡਿਵੈਲਪਮੈਂਟ ਵੱਲੋਂ ਚਲਾਈ ਜਾਂਦੀ ਹੈ ਅਤੇ ਇਸ ਦਾ ਮਕਸਦ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਕੋਲ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਹੈ, ਹਰ ਮਹੀਨੇ ਇੱਕ ਨਿਸ਼ਚਿਤ ਰਕਮ ਦੇ ਕੇ ਥੋੜੀ ਬਹੁਤ ਫਾਈਨੈਂਸ਼ੀਅਲ ਸਪੋਰਟ ਦੇਣਾ ਹੈ। ਇਸ ਲਈ ਜਦੋਂ ਵੀ ਸਰਕਾਰ ਇਸ ਸਕੀਮ ਤਹਿਤ ਕਰੋੜਾਂ ਦੀ ਰਕਮ ਜਾਰੀ ਕਰਨ ਦੀ ਗੱਲ ਕਰਦੀ ਹੈ ਤਾਂ ਇਹ ਸਿਰਫ ਇੱਕ ਅਨਾਉਂਸਮੈਂਟ ਨਹੀਂ ਹੁੰਦੀ, ਸਗੋਂ ਲੱਖਾਂ ਪਰਿਵਾਰਾਂ ਦੇ ਘਰ ਦੇ ਖਰਚੇ ਨਾਲ ਸਿੱਧਾ ਜੁੜਿਆ ਮਾਮਲਾ ਬਣ ਜਾਂਦਾ ਹੈ। ਇਹ ਪੈਸਾ ਸਿੱਧਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ DBT ਰਾਹੀਂ ਹਰ ਯੋਗ ਵਿਅਕਤੀ ਦੇ ਬੈਂਕ ਅਕਾਊਂਟ ਵਿੱਚ ਜਾਂਦਾ ਹੈ, ਯਾਨੀ ਵਿਚਕਾਰ ਕਿਸੇ ਵੀ ਏਜੰਟ ਜਾਂ ਕੈਸ਼ ਦੀ ਲੋੜ ਨਹੀਂ ਪੈਂਦੀ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ 1423 ਕਰੋੜ ਵਾਲੀ ਅਪਡੇਟ ਕੋਈ ਇਕੱਲੀ ਦੁਕੱਲੀ ਇੰਸਟਾਲਮੈਂਟ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸਾਲ ਦੇ ਵੱਖ-ਵੱਖ ਮਹੀਨਿਆਂ ਵਿੱਚ ਸਰਕਾਰ ਵੱਲੋਂ 2400 ਕਰੋੜ ਅਤੇ 352 ਕਰੋੜ ਵਰਗੀਆਂ ਵੱਖ-ਵੱਖ ਇੰਸਟਾਲਮੈਂਟਸ ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ। ਯਾਨੀ ਇਹ ਇੱਕ ਲਗਾਤਾਰ ਚੱਲਣ ਵਾਲੀ ਪ੍ਰੋਸੈਸ ਹੈ, ਨਾ ਕਿ ਸਿਰਫ ਇੱਕ ਵਾਰ ਦਾ ਇਲੈਕਸ਼ਨ ਵਾਲਾ ਅਨਾਉਂਸਮੈਂਟ। ਪਰ ਇਹ ਸਾਰੀ ਤਸਵੀਰ ਜਿੰਨੀ ਸੁਖਾਵੀਂ ਦਿਖ ਰਹੀ ਹੈ ਉਨੀ ਹਮੇਸ਼ਾ ਨਹੀਂ ਰਹੀ। ਕੁਝ ਮਹੀਨੇ ਪਹਿਲਾਂ ਹੀ ਇਸ ਸਕੀਮ ਨੂੰ ਲੈ ਕੇ ਸਰਕਾਰ ਨੂੰ ਕੋਰਟ ਤੱਕ ਵੀ ਜਵਾਬ ਦੇਣਾ ਪਿਆ ਸੀ ਅਤੇ ਇਹ ਕਹਾਣੀ ਹੁਣ ਅਸੀਂ ਅਗਲੇ ਪਾਰਟ ਵਿੱਚ ਸਮਝਦੇ ਹਾਂ। ਹੁਣ ਗੱਲ ਕਰਦੇ ਹਾਂ ਉਸ ਪਿਛਲੇ ਕ੍ਰਾਈਸਿਸ ਦੀ, ਜਿਸ ਕਾਰਨ ਇਹ ਸਕੀਮ ਕੁਝ ਸਮੇਂ ਲਈ ਸੁਰਖੀਆਂ ਵਿੱਚ ਬੁਰੇ ਕਾਰਨਾਂ ਕਰਕੇ ਆਈ ਸੀ। ਇਸੇ ਸਾਲ ਦੀ ਸ਼ੁਰੂਆਤ ਵਿੱਚ ਖਬਰਾਂ ਆਈਆਂ ਸਨ ਕਿ ਪੰਜਾਬ ਵਿੱਚ 35,27,000 ਤੋਂ ਵੱਧ ਸੋਸ਼ਲ ਸਿਕਿਉਰਿਟੀ ਪੈਨਸ਼ਨਰਸ ਦੀ ਪੈਨਸ਼ਨ ਲਗਾਤਾਰ ਕਈ ਮਹੀਨਿਆਂ ਤੱਕ ਲਟਕਦੀ ਰਹੀ। ਇਸ ਦੇ ਵਿੱਚ ਸਿਰਫ ਬਜ਼ੁਰਗ ਹੀ ਨਹੀਂ, ਸਗੋਂ ਵਿਡੋ ਪੈਨਸ਼ਨ ਅਤੇ ਡਿਸਏਬਿਲਿਟੀ ਪੈਨਸ਼ਨ ਲੈਣ ਵਾਲੇ ਲੋਕ ਵੀ ਸ਼ਾਮਲ ਸਨ। ਦੱਸਿਆ ਗਿਆ ਕਿ ਇਹ ਦੇਰੀ ਦਾ ਵੱਡਾ ਕਾਰਨ ਸਰਕਾਰ ਦੀ ਫਾਈਨੈਂਸ਼ੀਅਲ ਕੰਸਟ੍ਰੇਨਟਸ ਯਾਨੀ ਖਜ਼ਾਨੇ ਦੀ ਤੰਗੀ ਸੀ। ਲੱਖਾਂ ਬਜ਼ੁਰਗ ਜਿਨ੍ਹਾਂ ਦਾ ਮਹੀਨੇ ਦਾ ਗੁਜ਼ਾਰਾ ਹੀ ਇਸ 1500 ਰੁਪਏ ਦੀ ਪੈਨਸ਼ਨ ਉੱਪਰ ਟਿਕਿਆ ਹੋਇਆ ਹੈ, ਉਹ ਮਹੀਨਿਆਂ ਤੱਕ ਇਸ ਰਕਮ ਦਾ ਇੰਤਜ਼ਾਰ ਕਰਦੇ ਰਹੇ। ਇਹ ਮਾਮਲਾ ਇੰਨਾ ਵੱਧ ਗਿਆ ਕਿ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ। ਕੋਰਟ ਵਿੱਚ ਇਹ ਦਲੀਲ ਦਿੱਤੀ ਗਈ ਕਿ ਸਾਲ 2016 ਤੋਂ ਹੀ ਕਈ ਪੈਨਸ਼ਨਰਸ ਨੂੰ ਪੂਰੀ ਪੈਨਸ਼ਨ ਏਰੀਅਰਸ ਨਹੀਂ ਮਿਲੇ। ਇਸ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਗਵਰਨਮੈਂਟ ਨੂੰ ਸਖਤ ਹਿਦਾਇਤ ਦਿੱਤੀ ਕਿ ਸਾਰੇ ਪੈਂਡਿੰਗ ਏਰੀਅਰਸ DA ਏਰੀਅਰਸ ਸਮੇਤ 6% ਇੰਟਰਸਟ ਦੇ ਨਾਲ
30 ਅਪ੍ਰੈਲ 2026 ਤੱਕ ਜਾਰੀ ਕੀਤੇ ਜਾਣ। ਇਹ ਆਰਡਰ ਆਪਣੇ ਆਪ ਵਿੱਚ ਬਹੁਤ ਵੱਡਾ ਸੰਕੇਤ ਸੀ ਕਿ ਸਰਕਾਰ ਦੀ ਪੈਨਸ਼ਨ ਡਿਲੀਵਰੀ ਵਿੱਚ ਕਿਤੇ ਨਾ ਕਿਤੇ ਗੰਭੀਰ ਖਾਮੀਆਂ ਸਨ। ਇਸ ਕੋਰਟ ਆਰਡਰ ਅਤੇ ਲੋਕਾਂ ਦੇ ਵੱਧਦੇ ਗੁੱਸੇ ਤੋਂ ਬਾਅਦ ਡਾਕਟਰ ਬਲਜੀਤ ਕੌਰ ਨੇ ਖੁਦ ਵਿਭਾਗ ਦੇ ਅਫੀਸ਼ੀਅਲਸ ਨੂੰ ਸਖਤ ਚੇਤਾਵਨੀ ਦਿੱਤੀ। ਉਹਨਾਂ ਨੇ ਸਾਫ਼ ਕਿਹਾ ਕਿ ਪੈਨਸ਼ਨ ਡਿਸਟ੍ਰੀਬਿਊਸ਼ਨ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇ ਕੋਈ ਅਫਸਰ ਇਸ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ। ਐਸੇ ਦਬਾਅ ਤੋਂ ਬਾਅਦ ਹੀ ਕੁਝ ਪਿਛਲੇ ਮਹੀਨਿਆਂ ਵਿੱਚ ਸਰਕਾਰ ਵੱਲੋਂ ਲਗਾਤਾਰ ਕਰੋੜਾਂ ਦੀ ਰਕਮ ਵੱਖ-ਵੱਖ ਇੰਸਟਾਲਮੈਂਟ ਵਿੱਚ ਜਾਰੀ ਕੀਤੀ ਗਈ, ਜਿਸ ਦਾ ਨਤੀਜਾ ਇਹ ਹੈ ਕਿ ਅੱਜ ਇਹ 1423 ਕਰੋੜ ਵਾਲੀ ਅਪਡੇਟ। ਇੱਥੇ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਭਾਵੇਂ ਸਰਕਾਰ ਹੁਣ ਵੱਡੀ ਰਕਮ ਜਾਰੀ ਕਰ ਰਹੀ ਹੈ, ਪਰ ਗਰਾਊਂਡ ਲੈਵਲ ਤੇ ਕਈ ਪੈਨਸ਼ਨਰਸ ਅੱਜ ਵੀ ਸ਼ਿਕਾਇਤ ਕਰ ਰਹੇ ਹਨ ਕਿ ਉਹਨਾਂ ਨੂੰ ਪੂਰੇ ਏਰੀਅਰਸ ਨਹੀਂ ਮਿਲੇ। ਆਪੋਜੀਸ਼ਨ ਪਾਰਟੀਆਂ, ਖਾਸ ਕਰਕੇ ਪੈਨਸ਼ਨਰਸ ਦੀਆਂ ਐਸੋਸੀਏਸ਼ਨ, ਲਗਾਤਾਰ ਸਰਕਾਰ ਤੋਂ ਇਹ ਮੰਗ ਕਰਦੀ ਰਹੀ ਹੈ ਕਿ ਕੋਰਟ ਆਰਡਰ ਦੀ ਪਾਲਣਾ ਟਾਈਮ ਬਾਉਂਡ ਤਰੀਕੇ ਨਾਲ ਕੀਤੀ ਜਾਵੇ। ਦਿਲਚਸਪ ਗੱਲ ਇਹ ਹੈ ਕਿ ਸਿਰਫ 올ਡ ਏਜ ਪੈਨਸ਼ਨਰਸ ਹੀ ਨਹੀਂ, ਸਗੋਂ ਰਿਟਾਇਰਡ ਗਵਰਨਮੈਂਟ EMPLOYEES ਦੇ ਕੁਝ ਪੈਨਲਸ ਵੀ ਐਸੇ ਸਮੇਂ ਦੌਰਾਨ ਸਰਕਾਰ ਤੋਂ ਪੈਨਸ਼ਨਸ ਰਿਲੇਟਡ ਰਿਪੋਰਟ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਸਵਾਲ ਚੁੱਕਦੇ ਰਹੇ, ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਪੈਨਸ਼ਨ ਨਾਲ ਜੁੜੀ ਹਰ ਬੇਚੈਨੀ ਸਿਰਫ ਇੱਕ ਸਕੀਮ ਤੱਕ ਸੀਮਿਤ ਨਹੀਂ, ਸਗੋਂ ਪੰਜਾਬ ਦੇ ਓਵਰਆਲ ਸੋਸ਼ਲ ਸਿਕਿਉਰਿਟੀ ਸਿਸਟਮ ਦਾ ਇੱਕ ਵੱਡਾ ਮੁੱਦਾ ਬਣ ਚੁੱਕੀ ਹੈ। ਇਸ ਲਈ ਇਹ ਕਹਿਣਾ ਜਲਦਬਾਜ਼ੀ ਹੋਵੇਗਾ ਕਿ ਮਾਮਲਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ, ਪਰ ਇੰਨਾ ਜ਼ਰੂਰ ਹੈ ਕਿ ਸਰਕਾਰ ਉੱਤੇ ਕੋਰਟ ਅਤੇ ਲੋਕਾਂ ਦਾ ਦਬਾਅ ਕੰਮ ਕਰਦਾ ਦਿਖ ਰਿਹਾ ਹੈ। ਹੁਣ ਗੱਲ ਕਰਦੇ ਹਾਂ ਉਸ ਸ਼ਰਤ ਦੀ ਜਿਸ ਦਾ ਜ਼ਿਕਰ ਅਸੀਂ ਸ਼ੁਰੂ ਵਿੱਚ ਕੀਤਾ ਸੀ। ਜਦੋਂ ਪੈਨਸ਼ਨ ਡਿਲੇ ਦਾ ਮਾਮਲਾ ਗਰਮਾਇਆ ਤਾਂ ਸਰਕਾਰ ਨੇ ਇਹ ਵੀ ਪਾਇਆ ਕਿ ਇਸ ਦੇਰੀ ਦੇ ਪਿੱਛੇ ਸਿਰਫ ਫੰਡ ਦੀ ਕਮੀ ਹੀ ਨਹੀਂ, ਸਗੋਂ ਇੱਕ ਹੋਰ ਵੱਡੀ ਸਮੱਸਿਆ ਵੀ ਸੀ, ਫਰਾਡੂਲੈਂਟ ਅਤੇ ਫੇਕ ਬੈਨੀਫੀਸ਼ਰੀਜ਼। ਡਾਕਟਰ ਬਲਜੀਤ ਕੌਰ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਖੁਦ ਦੱਸਿਆ ਕਿ ਸਰਕਾਰ ਨੇ ਵੈਰੀਫਿਕੇਸ਼ਨ ਦੌਰਾਨ ਅਜਿਹੇ ਕਈ ਅਕਾਊਂਟਸ ਲੱਭੇ ਜੋ ਜਾਂ ਤਾਂ ਫੇਕ ਸਨ ਜਾਂ ਉਸ ਵਿਅਕਤੀ ਦੇ ਨਾਂ ਤੇ ਚੱਲ ਰਹੇ ਸਨ ਜਿਸ ਦੀ ਪਹਿਲਾਂ ਤੋਂ ਹੀ ਮੌਤ ਹੋ ਚੁੱਕੀ ਸੀ। ਇਸ ਵੈਰੀਫਿਕੇਸ਼ਨ ਰਾਹੀਂ ਸਰਕਾਰ ਨੇ ਲਗਭਗ 170 ਕਰੋੜ ਰੁਪਏ ਅਜਿਹੇ ਇਨਐਲੀਜੀਬਲ ਅਤੇ ਡਿਜ਼ੀਜ਼ਡ ਅਕਾਊਂਟਸ ਤੋਂ ਰਿਕਵਰ ਕੀਤੇ। ਇਹ ਆંકੜਾ ਸੁਣਨ ਵਿੱਚ ਜਿੰਨਾ ਹੈਰਾਨ ਕਰਨ ਵਾਲਾ ਹੈ, ਉਸ ਤੋਂ ਵੀ ਜ਼ਿਆਦਾ ਗੰਭੀਰ ਇਹ ਗੱਲ ਹੈ ਕਿ ਇੰਨੇ ਸਾਲਾਂ ਤੱਕ ਇਹ ਫਰਾਡ ਸਿਸਟਮ ਵਿੱਚੋਂ ਕਿਵੇਂ ਲੰਘਦਾ ਰਿਹਾ। ਇਸੇ ਕਾਰਨ ਸਰਕਾਰ ਨੂੰ ਹੁਣ 올ਡ ਏਜ ਪੈਨਸ਼ਨ ਸਮੇਤ ਸਾਰੀਆਂ ਸੋਸ਼ਲ ਸਿਕਿਉਰਿਟੀ ਪੈਨਸ਼ਨਸ ਲਈ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹਰ ਪੈਨਸ਼ਨਰ ਨੂੰ ਸਮੇਂ-ਸਮੇਂ ਤੇ ਆਪਣਾ ਫਿੰਗਰਪ੍ਰਿੰਟ ਜਾਂ ਆਧਾਰ ਲਿੰਕਡ ਵੈਰੀਫਿਕੇਸ਼ਨ ਕਰਵਾਉਣਾ ਜ਼ਰੂਰੀ ਹੋਵੇਗਾ ਤਾਂ ਜੋ ਇਹ ਕਨਫਰਮ ਹੋ ਸਕੇ ਕਿ ਪੈਨਸ਼ਨ ਲੈਣ ਵਾਲਾ ਵਿਅਕਤੀ ਸੱਚਮੁੱਚ ਜਿਉਂਦਾ ਹੈ ਅਤੇ ਖੁਦ ਯੋਗ ਹੈ। ਹੁਣ ਇੱਥੇ ਹੀ ਉਹ ਗੱਲ ਆਉਂਦੀ ਹੈ ਜੋ ਹਰ ਪੈਨਸ਼ਨਰ ਅਤੇ ਉਹਨਾਂ ਦੇ ਪਰਿਵਾਰ ਲਈ ਜਾਣਨੀ ਬਹੁਤ ਜ਼ਰੂਰੀ ਹੈ। ਜੇ ਕਿਸੇ ਬਜ਼ੁਰਗ ਨੇ ਇਹ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਸਮੇਂ ਸਿਰ ਨਹੀਂ ਕਰਵਾਈ ਤਾਂ ਉਹਨਾਂ ਦੀ ਪੈਨਸ਼ਨ ਵੀ ਜੈਨੂਇਨ ਹੋਣ ਦੇ ਬਾਵਜੂਦ ਹੋਲਡ ਜਾਂ ਸਸਪੈਂਡ ਹੋ ਸਕਦੀ ਹੈ। ਇਸ ਲਈ ਜੇ ਤੁਹਾਡੇ ਘਰ ਵਿੱਚ ਵੀ ਕੋਈ ਬਜ਼ੁਰਗ ਜਾਂ 올ਡ ਏਜ ਪੈਨਸ਼ਨ ਲੈ ਰਿਹਾ ਹੈ ਤਾਂ ਇਹ ਜ਼ਰੂਰ ਕਨਫਰਮ ਕਰੋ ਕਿ ਉਹਨਾਂ ਦੀ ਬਾਇਓਮੈਟ੍ਰਿਕ ਜਾਂ ਫਿਜ਼ੀਕਲ ਵੈਰੀਫਿਕੇਸ਼ਨ ਨਜ਼ਦੀਕੀ ਸੇਵਾ ਕੇਂਦਰ ਜਾਂ ਸੋਸ਼ਲ ਸਿਕਿਉਰਿਟੀ ਆਫਿਸ ਵਿੱਚ ਪੂਰੀ ਹੋ ਚੁੱਕੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਕਿਸੇ ਵੀ ਯੋਗ ਬਜ਼ੁਰਗ ਨੂੰ ਪਰੇਸ਼ਾਨ ਕਰਨਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਜੋ ਫੰਡ ਜੈਨੂਇਨ ਲੋਕਾਂ ਲਈ ਹੈ ਉਹ ਫਰਾਡ ਵਿੱਚ ਖਰਚ ਨਾ ਹੋਵੇ ਤਾਂ ਜੋ ਹਰ ਯੋਗ ਵਿਅਕਤੀ ਦੀ ਪੈਨਸ਼ਨ ਸਮੇਂ ਸਿਰ ਅਤੇ ਬਿਨਾਂ ਦੇਰੀ ਦੇ ਮਿਲ ਸਕੇ। ਇਹ ਵੀ ਸਮਝਣਾ ਜ਼ਰੂਰੀ ਹੈ ਕਿ ਅਜਿਹਾ ਸਿਰਫ ਪੰਜਾਬ ਵਿੱਚ ਹੀ ਨਹੀਂ ਹੋ ਰਿਹਾ। ਦੇਸ਼ ਭਰ ਵਿੱਚ ਜਿੱਥੇ ਵੀ DBT ਰਾਹੀਂ ਵੈਲਫੇਅਰ ਸਕੀਮ ਚੱਲਦੀਆਂ ਹਨ ਉੱਥੇ ਆਧਾਰ ਲਿੰਕਡ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਨੂੰ ਹੌਲੀ-ਹੌਲੀ ਲਾਜ਼ਮੀ ਬਣਾਇਆ ਜਾ ਰਿਹਾ ਹੈ ਤਾਂ ਜੋ ਮ੍ਰਿਤਕ ਜਾਂ ਇਨਐਲੀਜੀਬਲ ਲੋਕਾਂ ਦੇ ਨਾਂ ਤੇ ਸਾਲਾਂ ਤੱਕ ਪੈਨਸ਼ਨ ਚੱਲਦੀ ਨਾ ਰਹੇ। ਪੰਜਾਬ ਦਾ ਇਹ ਕਦਮ ਉਸੇ ਵੱਡੀ ਦਿਸ਼ਾ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ, ਪਰ ਗਰਾਊਂਡ ਲੈਵਲ ਤੇ ਕਈ ਬਜ਼ੁਰਗਾਂ ਲਈ ਵਾਰ-ਵਾਰ ਸੇਵਾ ਕੇਂਦਰ ਦੇ ਚੱਕਰ ਲਾਣਾ ਵੀ ਇੱਕ ਵੱਡੀ ਦਿੱਕਤ ਬਣ ਰਿਹਾ ਹੈ, ਖਾਸ ਕਰਕੇ ਉਹਨਾਂ ਬਜ਼ੁਰਗਾਂ ਲਈ ਜੋ ਦੂਰ-ਦਰਾਜ਼ ਪਿੰਡਾਂ ਵਿੱਚ ਰਹਿੰਦੇ ਨੇ ਜਾਂ ਸਰੀਰਕ ਤੌਰ ਤੇ ਕਮਜ਼ੋਰ ਹਨ। ਇਸ ਲਈ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਸਰਕਾਰ ਇਸ ਪ੍ਰੋਸੈਸ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਸੌਖਾ ਕਿਵੇਂ ਬਣਾਉਂਦੀ ਹੈ। ਹੁਣ ਗੱਲ ਕਰਦੇ ਹਾਂ ਉਸ ਸਭ ਤੋਂ ਜ਼ਰੂਰੀ ਹਿੱਸੇ ਦੀ ਜੋ ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਲਈ ਸਭ ਤੋਂ ਵੱਧ ਕੰਮ ਦੀ ਹੈ, ਯਾਨੀ ਐਲੀਜੀਬਿਲਿਟੀ ਅਤੇ ਅਪਲਾਈ ਕਰਨ ਦਾ ਤਰੀਕਾ। 올ਡ ਏਜ ਪੈਨਸ਼ਨ ਸਕੀਮ ਦਾ ਫਾਇਦਾ ਲੈਣ ਲਈ ਮਰਦਾਂ ਦੀ ਉਮਰ 65 ਸਾਲ ਜਾਂ ਵੱਧ ਅਤੇ ਔਰਤਾਂ ਦੀ ਉਮਰ 58 ਸਾਲ ਜਾਂ ਵੱਧ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਬਿਨੇਕਾਰ ਦੀ ਟੋਟਲ ਐਨੂਅਲ ਇਨਕਮ ਭਾਵੇਂ ਉਹ ਬਿਜ਼ਨਸ, ਰੈਂਟ ਜਾਂ ਇੰਟਰਸਟ ਤੋਂ ਹੋਵੇ ਉਹ 60,000 ਰੁਪਏ ਸਾਲਾਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜੇ ਇਹ ਦੋਵੇਂ ਸ਼ਰਤਾਂ ਪੂਰੀਆਂ ਹੁੰਦੀਆਂ ਨੇ ਤਾਂ ਯੋਗ ਵਿਅਕਤੀ ਨੂੰ ਹਰ ਮਹੀਨੇ 1,500 ਰੁਪਏ ਦੀ ਪੈਨਸ਼ਨ ਮਿਲਦੀ ਹੈ।
ਅਪਲਾਈ ਕਰਨ ਦੇ ਦੋ ਤਰੀਕੇ ਨੇ। ਪਹਿਲਾ ਆਨਲਾਈਨ ਤਰੀਕਾ, ਜਿਸ ਲਈ ਤੁਸੀਂ ਡਿਜੀਟਲ ਪੰਜਾਬ ਪੋਰਟਲ ਤੇ ਜਾ ਕੇ ਰਜਿਸਟਰ ਕਰ ਸਕਦੇ ਹੋ, ਲੌਗਇਨ ਕਰ ਸਕਦੇ ਹੋ ਅਤੇ 올ਡ ਏਜ ਪੈਨਸ਼ਨ ਸਕੀਮ ਚੁਣ ਕੇ ਆਪਣੀ ਪੂਰੀ ਡਿਟੇਲਸ ਅਤੇ ਡਾਕੂਮੈਂਟਸ ਅਪਲੋਡ ਕਰ ਸਕਦੇ ਹੋ। ਦੂਜਾ ਤਰੀਕਾ ਹੈ ਆਫਲਾਈਨ, ਜਿਸ ਲਈ ਤੁਸੀਂ ਆਪਣੇ ਨਜ਼ਦੀਕੀ ਸੇਵਾ ਕੇਂਦਰ, ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਅਫਸਰ, CDPO ਆਫਿਸ, SDM ਆਫਿਸ, ਆਂਗਨਵਾੜੀ ਸੈਂਟਰ ਜਾਂ ਪੰਚਾਇਤ BDPO ਆਫਿਸ ਵਿੱਚ ਜਾ ਕੇ ਫਾਰਮ ਭਰ ਸਕਦੇ ਹੋ। ਡਾਕੂਮੈਂਟਸ ਦੀ ਗੱਲ ਕਰੀਏ ਤਾਂ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ, ਵੋਟਰ ਲਿਸਟ, ਮੈਟ੍ਰਿਕੂਲੇਸ਼ਨ ਸਰਟੀਫਿਕੇਟ, ਰਜਿਸਟਰਾਰ ਆਫ ਬਰਥ ਐਂਡ ਡੈਥ ਵੱਲੋਂ ਜਾਰੀ ਬਰਥ ਸਰਟੀਫਿਕੇਟ ਵਿੱਚੋਂ ਕੋਈ ਵੀ ਇੱਕ ਦੇਣਾ ਹੁੰਦਾ ਹੈ। ਇਸ ਦੇ ਨਾਲ ਇਨਕਮ ਦਾ ਸਬੂਤ ਅਤੇ ਬੈਂਕ ਅਕਾਊਂਟ ਡਿਟੇਲਸ ਵੀ ਲਾਉਣੀਆਂ ਪੈਂਦੀਆਂ ਨੇ ਤਾਂ ਕਿ ਜੋ ਪੈਨਸ਼ਨ ਸਿੱਧਾ ਅਕਾਊਂਟ ਵਿੱਚ ਟ੍ਰਾਂਸਫਰ ਹੋ ਸਕੇ। ਅਪਲਾਈ ਕਰਨ ਤੋਂ ਬਾਅਦ ਐਪਲੀਕੇਸ਼ਨ ਦੀ ਵੈਰੀਫਿਕੇਸ਼ਨ, ਪਿੰਡ ਜਾਂ ਵਾਰਡ ਪੱਧਰ ਤੇ ਫੀਲਡ ਚੈੱਕ ਅਤੇ ਫਿਰ ਅਪਰੂਵਲ ਦੀ ਪ੍ਰੋਸੈਸ ਵਿੱਚੋਂ ਲੰਘਣਾ ਪੈਂਦਾ ਹੈ। ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਯੋਗ ਬਜ਼ੁਰਗ ਉਮਰ ਪੂਰੀ ਹੁੰਦਿਆਂ ਹੀ ਜਲਦ ਤੋਂ ਜਲਦ ਅਪਲਾਈ ਕਰ ਦੇਣ ਤਾਂ ਜੋ ਬਾਅਦ ਵਿੱਚ ਪੈਨਸ਼ਨ ਸ਼ੁਰੂ ਹੋਣ ਵਿੱਚ ਕੋਈ ਦੇਰੀ ਨਾ ਹੋਵੇ। ਅਤੇ ਜੇ ਤੁਹਾਡੇ ਘਰ ਵੀ ਕੋਈ ਇਹੋ ਜਿਹਾ ਬਜ਼ੁਰਗ ਪਹਿਲਾਂ ਤੋਂ ਹੀ ਪੈਨਸ਼ਨ ਲੈ ਰਿਹਾ ਹੈ ਪਰ ਕੁਝ ਮਹੀਨਿਆਂ ਤੋਂ ਪੈਸੇ ਨਹੀਂ ਆਏ, ਤਾਂ ਸਭ ਤੋਂ ਪਹਿਲਾਂ ਇਹ ਚੈੱਕ ਕਰੋ ਕਿ ਉਹਨਾਂ ਦੀ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਹੋਈ ਹੈ ਜਾਂ ਨਹੀਂ, ਅਤੇ ਇਹ ਵੀ ਕਿ ਉਹਨਾਂ ਦਾ ਬੈਂਕ ਅਕਾਊਂਟ ਆਧਾਰ ਨਾਲ ਸਹੀ ਤਰੀਕੇ ਨਾਲ ਲਿੰਕ ਹੈ ਜਾਂ ਨਹੀਂ, ਕਿਉਂਕਿ ਬਹੁਤ ਸਾਰੇ ਮਾਮਲਿਆਂ ਵਿੱਚ ਪੇਮੈਂਟ ਸਿਰਫ ਕਿਸੇ ਛੋਟੀ ਜਿਹੀ ਗਲਤੀ ਕਰਕੇ ਹੀ ਅਟਕ ਜਾਂਦੀ ਹੈ। ਜੇ ਫਿਰ ਵੀ ਸਮੱਸਿਆ ਬਣੀ ਰਹੇ ਤਾਂ ਨਜ਼ਦੀਕੀ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਆਫਿਸ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਲਈ ਕੁੱਲ ਮਿਲਾ ਕੇ ਤਸਵੀਰ ਇਹ ਹੈ ਕਿ ਸਰਕਾਰ ਪੈਸੇ ਵੀ ਜਾਰੀ ਕਰ ਰਹੀ ਹੈ ਅਤੇ ਵੈਰੀਫਿਕੇਸ਼ਨ ਵੀ ਸਖਤ ਕਰ ਰਹੀ ਹੈ, ਅਤੇ ਹੁਣ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਘਰ ਦੇ ਬਜ਼ੁਰਗਾਂ ਦੀ ਪੈਨਸ਼ਨ ਨੂੰ ਲੈ ਕੇ ਕਿੰਨੇ ਅਲਰਟ ਹੋ। ਜੇ ਤੁਹਾਨੂੰ ਇਹ ਵੀਡੀਓ ਲਾਭਦਾਇਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ, ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਸ਼ੇਅਰ ਕਰੋ, ਖਾਸ ਕਰਕੇ ਉਹਨਾਂ ਨਾਲ ਜਿਨ੍ਹਾਂ ਦੇ ਘਰ ਬਜ਼ੁਰਗ ਹਨ, ਅਤੇ ਬੈਠਕ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਤਾਂ ਜੋ ਪੰਜਾਬ ਦੀ ਹਰ ਵੱਡੀ ਗਵਰਨਮੈਂਟ ਸਕੀਮ ਅਤੇ ਪੈਨਸ਼ਨ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ। ਮੈਂ ਹਾਂ ਸੋਨੀਆ ਤੇ ਤੁਸੀਂ ਦੇਖ ਰਹੇ ਹੋ ਬੈਠਕ ਪੰਜਾਬ।